ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਦੀ ਹਰ ਮੁਮਕਿਨ ਮਦਦ ਕਰਨ ਦੇ ਲਈ ਤਿਆਰ ਹੈ। ਰਾਤ ਵੇਲੇ ਪ੍ਰੈਸ ਕਾਨਫਰੰਸ ਵਿੱਚ ਕਮਲਾ ਹੈਰਿਸ ਨੇ ਕਿਹਾ ਕਿ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਅਸੀਂ ਜੂਝ ਰਹੇ ਸੀ, ਸਾਡੇ ਹਸਪਤਾਲਾਂ ਵਿੱਚ ਬੈੱਡ ਨਹੀਂ ਸਨ ਬਚੇ। ਤਦ ਉਸ ਮੁਸ਼ਕਲ ਦੌਰ ਵਿੱਚ ਭਾਰਤ ਨੇ ਸਾਡੀ ਮਦਦ ਕੀਤੀ ਸੀ। ਅੱਜ ਭਾਰਤ ਵਿੱਚ ਹਾਲਾਤ ਖਰਾਬ ਹਨ, ਇਸ ਲਈ ਹੁਣ ਅਸੀਂ ਭਾਰਤ ਦੀ ਮਦਦ ਦੇ ਲਈ ਵਚਨਬੱਧ ਹਾਂ। ਕਮਲਾ ਹੈਰਿਸ ਭਾਰਤੀ ਮੂਲ ਦੇ ਹਨ ਅਤੇ ਉਹਨਾਂ ਦੇ ਕੁਝ ਰਿਸ਼ਤੇਦਾਰ ਹੁਣ ਵੀ ਤਮਿਲਨਾਡੂ ਦੇ ਵਿੱਚ ਰਹਿੰਦੇ ਨੇ। ਉਹ ਇਸ ਅਹੁਦੇ ਤੇ ਪੁੱਜਣ ਵਾਲੀ ਪਹਿਲੀ ਕਾਲੇ ਮੂਲ ਦੀ ਔਰਤ ਹੈ। ਪ੍ਰੈਸ ਕਾਨਫਰੰਸ ਦੌਰਾਨ ਕਮਲਾ ਨੇ ਮੰਨਿਆ ਕਿ ਭਾਰਤ ਵਿੱਚ ਮਹਾਮਾਰੀ ਦੇ ਹਾਲਾਤ ਪਰੇਸ਼ਾਨ ਕਰਨ ਵਾਲੇ ਹਨ। ਉੱਥੇ ਦਾ ਹੈਲਥ ਸਿਸਟਮ ਦਬਾਅ ਵਿੱਚ ਹੈ, ਲੇਕਿਨ ਅਮਰੀਕਾ ਇਸ ਦੌਰ ਵਿੱਚ ਭਾਰਤ ਦੀ ਮਦਦ ਦਾ ਵਾਅਦਾ ਕਰਦਾ ਹੈ। ਹੈਰਿਸ ਨੇ ਕਿਹਾ ਕਿ ਭਾਰਤ ਨੇ ਮੁਸ਼ਕਲ ਸਮੇਂ ਵਿੱਚ ਅਮਰੀਕਾ ਨੂੰ ਮਦਦ ਭੇਜੀ ਸੀ, ਹੁਣ ਸਾਡੀ ਵਾਰੀ ਹੈ। ਇਹ ਮਦਦ ਅਸੀਂ ਭਾਰਤ ਦੇ ਦੋਸਤ ਦੇ ਤੌਰ ਤੇ ਕਰ ਰਹੇ ਹਾਂ। ਅਸੀਂ ਏਸ਼ੀਅਨ ਕੁਆਡ ਅਤੇ ਗਲੋਬਲ ਕਮਿਊਨਿਟੀ ਦਾ ਹਿੱਸਾ ਹਾਂ। ਕਮਲਾ ਹੈਰਿਸ ਨੇ ਕਿਹਾ ਕਿ 26 ਅਪ੍ਰੈਲ ਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਹਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ। 30 ਅਪ੍ਰੈਲ ਨੂੰ ਮਿਲਟਰੀ ਅਤੇ ਸਿਵਲ ਪ੍ਰਸ਼ਾਸਨ ਨੇ ਪਹਿਲੀ ਖੇਪ ਉੱਥੇ ਪਹੁੰਚਾ ਦਿੱਤੀ। ਕਮਲਾ ਨੇ ਕਿਹਾ ਭਾਰਤ ਵਿੱਚ ਵਾਇਰਸ ਅਤੇ ਮੌਤਾਂ ਦੇ ਅੰਕੜੇ ਦਿਲ ਦਹਿਲਾ ਦੇਣ ਵਾਲੇ ਹਨ। ਇਸ ਮਹਾਮਾਰੀ ਵਿੱਚ ਜਿਹੜੇ ਲੋਕਾਂ ਨੇ ਆਪਣਿਆਂ ਨੂੰ ਖੋਇਆ, ਮੈਂ ਉਹਨਾਂ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੀ ਹਾਂ। Good afternoon. I am honored to be with you. For years, diaspora groups like India-Aspera and the American India Foundation have built bridges between the United States and India. And this past year, you have provided vital contributions to COVID-19 relief efforts. Thank you for your work. As many of you know, generations of my family come from India. My mother was born and raised in India, and I have family members who live in India today. The welfare of India is critically important to the United States. The surge of COVID-19 infections and deaths in India is nothing short of heartbreaking. To those of you who have lost loved ones, I send my deepest condolences. As soon as the dire nature of the situation became apparent, our administration took action. On Monday, April 26th, President Joe Biden spoke with the Prime Minister to offer our support. By Friday, April 30th, military members from the United States and civilians were delivering relief on the ground. Already, we have delivered refillable oxygen cylinders, with more to come. We have delivered oxygen concentrators, with more to come. We have delivered N95 masks and have more ready to send. We have delivered doses of remdesivir to treat COVID patients. Meanwhile, we have announced our full support for suspending patents on COVID-19 vaccines to help India and other nations vaccinate their people more quickly. India and the United States have the greatest number of COVID-19 cases in the world. At the beginning of the pandemic, when our hospital beds were stretched, India sent assistance. And today, we are determined to help India in its hour of need. We do this as friends of India, as members of the Asian Quad, and as part of a global community. I believe that if we continue to work together across nations and sectors, we will all get through this together. Thank you. ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਅਤੇ ਤੇਜ਼ ਕਰਨ ਲਈ ਟਾਰਗੇਟ ਸਟੋਰ ਨੇ ਐਲਾਨ ਕਰਦਿਆਂ ਦੱਸਿਆ ਕਿ ਇਸ ਹਫ਼ਤੇ ਤੋਂ ਇਸ ਦੇ ਸਟੋਰਾਂ ਅੰਦਰ CVS ਫਾਰਮੇਸੀਆਂ ਵਿੱਚ COVID-19 ਦੇ ਟੀਕੇ ਲਗਵਾਉਣ ਵਾਲੇ ਬਾਲਗਾਂ ਨੂੰ $5 ਦੇ ਕੂਪਨ ਦਿੱਤੇ ਜਾਣਗੇ। ਟਾਰਗੇਟ ਆਪਣੇ ਸਟੋਰਾਂ ਦੇ ਅੰਦਰ ਲਗਭਗ 600 ਤੋਂ ਵੱਧ CVS ਫਾਰਮੇਸੀਆਂ ਅਤੇ ਟੀਕਾਕਰਨ ਸ਼ਾਟ ਦੀ ਪੇਸ਼ਕਸ਼ ਕਰਦਾ ਹੈ। ਮਿਨੀਐਪੋਲਿਸ ਆਧਾਰਿਤ ਇਸ ਰੀਟੇਲ ਕੰਪਨੀ ਨੇ ਕਿਹਾ ਕਿ ਉਹ ਮਹਾਮਾਰੀ ਦੇ ਦੌਰਾਨ ਅਮਰੀਕੀਆਂ ਨੂੰ ਟੀਕੇ ਲਗਾਉਣ ਵਿੱਚ ਮਦਦ ਕਰਨ ਲਈ CVS ਫਾਰਮੇਸੀ ਨਾਲ ਭਾਈਵਾਲੀ ਕਰ ਰਹੀ ਹੈ। ਬਾਈਡਨ ਨੇ ਇਸ ਹਫ਼ਤੇ 160 ਮਿਲੀਅਨ ਅਮਰੀਕੀ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਵਾਉਣ ਦਾ ਇੱਕ ਨਵਾਂ ਟੀਚਾ ਮਿਥਿਆ, ਜਿਸ ਨਾਲ ਪੇਂਡੂ ਖੇਤਰਾਂ ਤੇ ਕਮਿਊਨਿਟੀਆਂ ਵਿੱਚ ਪਹੁੰਚਣ ਦੀਆਂ ਕੋਸ਼ਿਸ਼ਾਂ ਵਧੀਆਂ ਹੋਈਆਂ ਨੇ, ਜਿੱਥੇ ਟੀਕਾਕਰਨ ਦੀ ਦਰ ਬਹੁਤ ਘਟ ਗਈ ਹੈ। ਹਾਲ ਦੇ ਹਫ਼ਤਿਆਂ ਤੇ ਮਹੀਨਿਆਂ ਵਿੱਚ ਅਮਰੀਕੀਆਂ ਨੂੰ COVID-19 ਦੇ ਟੀਕੇ ਲਗਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਤੇ ਕਾਰੋਬਾਰਾਂ ਵੱਲੋਂ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ ਗਈ। ਪਿਛਲੇ ਹਫ਼ਤੇ ਪੱਛਮੀ ਵਰਜੀਨੀਆ ਦੇ ਰਾਜਪਾਲ ਨੇ ਕੋਰੋਨਾ ਵਾਇਰਸ ਵਿਰੁੱਧ ਟੀਕਾ ਲਗਵਾਉਣ ਤੋਂ ਹਿਚਕਚਾਉਂਦੇ ਹੋਏ 35 ਅਤੇ ਇਸ ਤੋਂ ਛੋਟੇ ਵਸਨੀਕਾਂ ਨੂੰ $100 ਦੇ ਬਚਤ ਬਾਂਡ ਦੀ ਪੇਸ਼ਕਸ਼ ਕਰਨ ਦਾ ਮਹੱਤਵਪੂਰਨ ਕਦਮ ਚੁੱਕਿਆ ਸੀ। ਦੂਜੇ ਪਾਸੇ ਹਾਰਟਪੂਲ ਉਪ ਚੋਣ ਵਿੱਚ ਕੰਜ਼ਰਵੇਟਿਵ ਉਮੀਦਵਾਰ ਨੂੰ ਜੇਤੂ ਘੋਸ਼ਿਤ ਕੀਤਾ ਗਿਆ। ਇਸ ਮਹੱਤਵਪੂਰਨ ਹਲਕਾ 1974 ਤੋਂ ਬਾਅਦ ਲੇਬਰ ਪਾਰਟੀ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੇ ਕੋਲ ਗਿਆ। ਬੋਰਿਸ ਜੌਨਸਨ ਨੇ ਕਿਹਾ ਹਾਰਟਪੂਲ ਉਪ ਚੋਣ ਦਾ ਨਤੀਜਾ ਸਿਰਫ ਇੰਗਲੈਂਡ ਦੇ ਉੱਤਰ ਪੂਰਬ ਲਈ ਨਹੀਂ ਬਲਕਿ ਪੂਰੇ ਦੇਸ਼ ਲਈ ਕੰਜ਼ਰਵੇਟਿਵਜ਼ ਨੂੰ
ਜਾਰੀ ਰੱਖਣਾ ਇੱਕ ਫਤਵਾ ਹੈ। ਕਸਬੇ ਦਾ ਦੌਰਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਾ ਚਾਹੁੰਦੀ ਹੈ ਕਿ ਸਿਆਸਤਦਾਨ ਆਪਣੀਆਂ ਜ਼ਰੂਰਤਾਂ ਤੇ ਤਰਜੀਹਾਂ ਤੇ ਧਿਆਨ ਕੇਂਦਰਿਤ ਕਰਦੇ ਰਹਿਣ। ਬੋਰਿਸ ਜੌਨਸਨ ਨੇ ਕਿਹਾ ਕਿ ਹਰਟਪੂਲ ਉਪ ਚੋਣਾਂ ਵਿੱਚ ਟੋਰੀਜ਼ ਦੀ ਜਿੱਤ ਪਾਰਟੀ ਲਈ ਮਹਾਮਾਰੀ ਦੇ ਬਾਅਦ ਬਿਹਤਰ ਢੰਗ ਨਾਲ ਨਿਰਮਾਣ ਕਰਨ ਦੀਆਂ ਆਪਣੀਆਂ ਨੀਤੀਆਂ ਨੂੰ ਜਾਰੀ ਰੱਖਣ ਦਾ ਇੱਕ ਫਰਮਾਨ ਹੈ। ਟੋਰੀ ਉਮੀਦਵਾਰ ਨੇ ਆਪਣੇ 2019 ਦੇ ਨਤੀਜੇ ਨਾਲੋਂ 23% ਦੇ ਵਾਧੇ ਨਾਲ 51% ਵੋਟਾਂ ਪ੍ਰਾਪਤ ਕੀਤੀਆਂ, ਜਦਕਿ ਲੇਬਰ ਨੇ 2019 ਵਿੱਚ ਜੇਰਮੀ ਕੋਰਬਨ ਦੀ ਅਧੀਨ ਜਿੱਤ ਨਾਲੋਂ 9% ਦੀ ਗਿਰਾਵਟ ਦਰਜ ਕੀਤੀ ਹੈ। ਇਹ ਨਤੀਜਾ ਸ਼ਹਿਰ ਲਈ ਇੱਕ ਵੱਡੀ ਰਾਜਨੀਤਿਕ ਤਬਦੀਲੀ ਹੈ, ਜਿੱਥੇ ਹਾਲ ਹੀ ਵਿੱਚ ਲੇਬਰ ਨੇ ਆਪਣੀ ਬਹੁ ਗਿਣਤੀ ਵਿੱਚ 2017 ਦੀ ਤਰ੍ਹਾਂ ਵਾਧਾ ਕੀਤਾ ਸੀ। A massive thank you first of all to the people of Hartlepool for placing their confidence in the Conservatives. I want to congratulate Jill on a fantastic campaign, and for me what this means is that I think that it's a mandate for us to continue to deliver for not just for the people of Hartlepool, not just for the people of the North East, but across the whole of the country. And I think if there's a lesson out of this whole election campaign, the whole local election campaign across the whole of the UK, it's that the public want politicians to get on with focusing on their needs and their priorities. So coming through the pandemic and making sure that we then build back better, and you can see some of the evidence of economic confidence that the Bank of England's been talking about, the prospect of a really strong rebound in the second half of the year. I think people want us to focus on that. And I think that here in Hartlepool, clearly people were, this is a place that voted for Brexit, and we got Brexit done, and then we're able to do other things thanks to that. It's thanks to Brexit that we've actually been able to go ahead with the free port in the whole of Teesside, do things like take back control of our borders, so we're able to deal with things like the European Super League, and of course we're able to do things a bit differently when it's come to the vaccine rollout that's been so important, and able to deliver that faster than other European countries. So it's about delivery, it's about getting on, and I think that's the mandate that the people have given us. This is a constituency that has, I think, been in the hands of Labour since its beginnings, and I think what this election shows is that people want a party and a government that is focused on them, focused on delivering change, and that's what Jill has been campaigning on, and that's why I go on about the advantages of the things that we're doing. ਤੇ ਬਰਤਾਨਵੀ ਲੋਕਾਂ ਦੇ ਲਈ ਬਿਨਾਂ ਇਕਾਂਤਵਾਸ ਦੀਆਂ ਪਾਬੰਦੀਆਂ ਦੇ ਯਾਤਰਾ ਵਾਲੇ ਹਰੀ ਸੂਚੀ ਵਾਲੇ ਦੇਸ਼ਾਂ ਦੇ ਨਾਮ ਜਾਰੀ ਕੀਤੇ ਗਏ ਨੇ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ਲਈ ਟ੍ਰੈਫਿਕ ਲਾਈਟ ਆਧਾਰ ਤੇ ਕੁਝ 94 ਦੇਸ਼ਾਂ ਨੂੰ ਇਸ ਹਰੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ। ਇਹਨਾਂ ਵਿੱਚ ਮੁੱਖ ਤੌਰ ਤੇ ਪੁਰਤਗਾਲ, ਅਜ਼ੋਰਸ, ਮੇਡੀਏਰਾ ਸ਼ਾਮਿਲ ਹੋਣਗੇ, ਜਿੱਥੇ ਕਿ ਬਰਤਾਨਵੀ ਨਾਗਰਿਕ 17 ਮਈ ਤੋਂ ਆਜ਼ਾਦ ਤੌਰ ਤੇ ਆਉਣ ਦੇ ਯੋਗ ਹੋਣਗੇ। ਇਸ ਦੇ ਨਾਲ ਹੀ ਗਿਬਰਾਲਟਰ, ਇਜ਼ਰਾਈਲ, ਆਇਰਲੈਂਡ, ਫੈਰੋ ਟਾਪੂ, ਸਿੰਗਾਪੁਰ, ਬਰੂਨੇਈ ਵੀ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਨਾਲ ਹਰੀ ਸੂਚੀ ਵਿੱਚ ਹਨ। ਇਸ ਦੇ ਨਾਲ ਫਾਕਲੈਂਡ, ਦੱਖਣ ਜਾਰਜੀਆ, ਦੱਖਣੀ ਸੈਂਡਵਿਚ ਆਈਲੈਂਡ, ਸੇਂਟ ਹੈਲੇਨਾ, ਐਸੈਂਸਨ ਆਈਲੈਂਡ, ਟ੍ਰਿਸਟਨ ਡਕਨੂਆ ਦੇ ਦੂਰ ਦੁਰਾਡੇ ਇਲਾਕੇ ਵੀ ਸ਼ਾਮਿਲ ਹਨ। ਇਹ ਹਰੀ ਸੂਚੀ ਹੋਣ ਦੇ ਬਾਵਜੂਦ ਲੋਕ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸਿੰਗਾਪੁਰ ਨਹੀਂ ਜਾ ਸਕਣਗੇ, ਕਿਉਂਕਿ ਇਹ ਦੇਸ਼ ਬਰਤਾਨਵੀ ਸੈਲਾਨੀਆਂ ਲਈ ਬੰਦ ਹਨ। ਹਾਲਾਂਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੇ ਇਹ ਨਹੀਂ ਦੱਸਿਆ ਕਿ ਉਹ ਆਪਣੇ ਸਖਤ ਯਾਤਰਾ ਦੇ ਨਿਯਮਾਂ ਨੂੰ ਕਦੋਂ ਸੌਖਾ ਕਰ ਸਕਦੇ ਨੇ। ਹਰੀ ਸੂਚੀ ਵਾਲੇ ਦੇਸ਼ਾਂ ਦੇ ਯਾਤਰੀਆਂ ਨੂੰ ਆਪਣੀ ਵਾਪਸੀ ਤੇ ਇਕਾਂਤਵਾਸ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਉਹਨਾਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਤੇ ਬਾਅਦ ਵਿੱਚ ਕੋਵਿਡ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ, ਜਦਕਿ ਲਾਲ ਸੂਚੀ ਵਾਲੇ ਯਾਤਰੀਆਂ ਲਈ ਸਖਤ ਨਿਯਮ ਹਨ। ਸਿਰਫ ਯੂਕੇ ਤੇ ਆਇਰਿਸ਼ ਨਾਗਰਿਕ ਜਾਂ ਯੂਕੇ ਦੇ ਵਸਨੀਕਾਂ ਨੂੰ ਹੀ ਵਾਪਸ ਆਉਣ ਦੀ ਆਗਿਆ ਅਤੇ ਉਹਨਾਂ ਨੂੰ ਸਰਕਾਰੀ ਹੋਟਲ ਦੇ ਵਿੱਚ 10 ਦਿਨ ਦੀ ਇਕਾਂਤਵਾਸ ਦੀ ਰਿਹਾਇਸ਼ ਲਈ ਭੁਗਤਾਨ ਕਰਨਾ ਲਾਜ਼ਮੀ ਹੈ। ਇਸ ਟ੍ਰੈਫਿਕ ਲਾਈਟ ਪ੍ਰਣਾਲੀ ਦੀ ਹਰ 3 ਹਫ਼ਤਿਆਂ ਵਿੱਚ ਸਮੀਖਿਆ ਵੀ ਕੀਤੀ ਜਾਵੇਗੀ। Red countries are those which should not be visited except in the most extreme of circumstances, where repeated testing and isolation in designated government hotels on return is compulsory. Non-UK residents who've been in a red country in the last 10 days will still be barred from entering the UK. I have to tell you now that due to concern about COVID rates and variants of concern, Turkey, the Maldives, Nepal must regrettably be added to the red list today. Amber countries form the biggest group. As with the red list, you should not be travelling
to these places right now. Returnees will have to do tests on 3 separate occasions, once before departure, twice after arrival, and isolate in a place of their choosing for 10 days. Finally, we have the green countries, which you will have the opportunity to visit no earlier than the 17th of May, as long as you take a pre-departure test before returning to England and a second PCR test 2 days after you return. And with these green countries, you will not need to quarantine. And travellers will be glad to hear that we've been successful in driving down the costs of tests. However, by necessity, this initial green list must be, I'm afraid, limited. So I'm announcing today that from May the 17th, you'll be able to travel to 12 green list countries and territories, which includes Portugal, Gibraltar, and Israel. I regret the favourite summer destinations like France and Spain and Greece are not yet included, but every 3 weeks from reopening, we'll be reviewing the countries to see how and where we can expand. ਤੇ ਬਰਤਾਨਵੀ ਦਵਾਈ ਮਾਪਦੰਡਾਂ ਬਾਰੇ ਕਮੇਟੀ ਨੇ ਕਿਹਾ ਕਿ ਦੇਸ਼ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਤਿਹਾਤ ਦੇ ਵਜੋਂ ਆਕਸਫੋਰਡ ਐਸਟਰਾਜੈਨਕਾ ਦੇ ਕੋਵਿਡ-19 ਤੋਂ ਬਚਾਅ ਲਈ ਟੀਕੇ ਦਾ ਬਦਲ ਦਿੱਤਾ ਜਾਣਾ ਚਾਹੀਦਾ ਹੈ। ਟੀਕਾਕਰਨ ਬਾਰੇ ਸਾਂਝੀ ਕਮੇਟੀ ਨੇ ਸੰਬੰਧਿਤ ਟੀਕੇ ਤੋਂ ਖੂਨ ਦੇ ਜੰਮਣ ਦੀਆਂ ਖਬਰਾਂ ਦਰਮਿਆਨ ਪਹਿਲਾਂ ਦਿੱਤੀ ਆਪਣੀ ਸਲਾਹ ਵਿੱਚ ਕਿਹਾ ਸੀ ਕਿ ਦੇਸ਼ ਵਿੱਚ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਆਕਸਫੋਰਡ ਐਸਟਰਾਜੈਨਕਾ ਦੇ ਕੋਵਿਡ-19 ਰੋਧੀ ਟੀਕੇ ਦਾ ਬਦਲ ਮਿਲਣਾ ਚਾਹੀਦਾ ਹੈ। ਕਮੇਟੀ ਨੇ ਹਾਲਾਂਕਿ ਇਹ ਕਿਹਾ ਕਿ ਇਸ ਟੀਕੇ ਦੇ ਲਾਭ ਇਸ ਦੇ ਜੋਖਮ ਤੋਂ ਕਿਤੇ ਵੱਧ ਹਨ। ਭਾਰਤ ਵਿੱਚ ਇਸ ਟੀਕੇ ਦਾ ਉਤਪਾਦਨ ਕੋਵਿਸ਼ੀਲਡ ਵਜੋਂ ਹੋ ਰਿਹਾ ਹੈ। ਕਮੇਟੀ ਨੇ ਆਪਣੀ ਸੋਧੀ ਹੋਈ ਸਲਾਹ ਵਿੱਚ ਕਿਹਾ ਕਿ ਬਰਤਾਨੀਆ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਤਿਹਾਤ ਵਜੋਂ ਆਕਸਫੋਰਡ ਐਸਟਰਾਜੈਨਕਾ ਦੇ ਟੀਕੇ ਦਾ ਬਦਲ ਮਿਲਣਾ ਚਾਹੀਦਾ। ਘੱਟ ਉਮਰ ਦੇ ਲੋਕਾਂ ਲਈ ਇਸ ਟੀਕੇ ਦੇ ਬਦਲ ਫਾਈਜ਼ਰ, ਬਾਇਓਟੈਕ ਅਤੇ ਮੋਡਰਨਾ ਕੰਪਨੀ ਵੱਲੋਂ ਤਿਆਰ ਕੀਤੇ ਟੀਕੇ ਹੋ ਸਕਦੇ ਹਨ। Building on our previous advice related to those aged 30 years and under, we now advise that unvaccinated adults aged 30 to 39 years who do not have an underlying health condition that puts them at higher risk of severe COVID-19 should be preferentially offered an alternative to the AstraZeneca vaccine where this is possible and only where no substantial delay in access to vaccination might arise. ਅੰਤ ਵਿੱਚ ਸਕਾਟਲੈਂਡ ਵਿੱਚ 6 ਮਈ ਨੂੰ ਪਈਆਂ ਹੋਲੀ ਰੂਡੂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ, ਜਿਸ ਦੇ ਅਧੀਨ ਗਲਾਸਗੋ ਸਾਊਥ ਰਾਈਡ ਹਲਕੇ ਵਿੱਚ ਲੋਕਾਂ ਨੇ SNP ਨੇਤਾ ਨਿਕੋਲਾ ਸਟਰਜਨ ਨੂੰ ਸਕਾਟਿਸ਼ ਮੈਂਬਰ ਪਾਰਲੀਮੈਂਟ ਵਜੋਂ ਸੇਵਾ ਕਰਨ ਦੇ ਲਈ ਦੁਬਾਰਾ ਚੁਣਿਆ। ਨਿਕੋਲਾ ਸਟਰਜਨ ਨੇ ਸਕਾਟਿਸ਼ ਲਿਬਰਲ ਲੀਡਰ ਅਨਸਰਵਰ ਖਿਲਾਫ ਗਲਾਸਗੋ ਸਾਈਡ ਤੋਂ ਇਹ ਚੋਣ ਜਿੱਤੀ ਹੈ। ਸਟਰਜਨ ਨੇ 19,735 ਵੋਟਾਂ ਨਾਲ ਮੈਦਾਨ ਫਤਿਹ ਕੀਤਾ, ਜਦਕਿ ਸਰਵਰ 10,279 ਵੋਟਾਂ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਹਨ। ਇਸ ਤੋਂ ਇਲਾਵਾ ਟੋਰੀ ਉਮੀਦਵਾਰ ਕਾਇਲੇ ਥੋਰਿੰਟਨ ਨੂੰ 1790 ਅਤੇ ਲਿਬ ਡੈਮ ਦੇ ਉਮੀਦਵਾਰ ਲੂਇਸ ਫੋਰਡ ਨੂੰ ਸਿਰਫ 504 ਵੋਟਾਂ ਮਿਲੀਆਂ। ਜ਼ਿਆਦਾ ਫਰਾਂਸਨ ਨੂੰ ਸਿਰਫ 46 ਵੋਟਾਂ ਪਈਆਂ। ਅਮੀਰਾਤ ਐਰੇਨਾ ਵਿਖੇ ਨਤੀਜਾ ਐਲਾਨਣ ਤੋਂ ਬਾਅਦ ਬੋਲਦਿਆਂ ਸਟਰਜਨ ਨੇ ਕਿਹਾ ਕਿ ਗਲਾਸਗੋ ਸਾਊਥ ਸਾਈਡ ਨੇ ਜਾਤੀਵਾਦੀ ਅਤੇ ਫਾਸੀਵਾਦੀਆਂ ਨੂੰ ਦਿਖਾਇਆ ਕਿ ਗਲਾਸਗੋ ਸਾਊਥ ਸਾਈਡ ਵਿੱਚ ਉਹਨਾਂ ਦਾ ਸਵਾਗਤ ਨਹੀਂ ਕੀਤਾ ਜਾਂਦਾ। ਸਟਰਜਨ ਦੀ ਪਾਰਟੀ ਸਕਾਟਲੈਂਡ ਦੀ ਸੰਸਦ ਵਿੱਚ ਸੱਤਾ ਬਰਕਰਾਰ ਰੱਖਣ ਲਈ ਤਿਆਰ ਹੈ, ਪਰ ਸਮੁੱਚੇ ਚੋਣ ਨਤੀਜਿਆਂ ਦੀ ਜਲਦ ਪੁਸ਼ਟੀ ਅਜੇ ਨਹੀਂ ਹੋਈ। ਸਰਵਰ ਨੇ 9 ਹਫ਼ਤੇ ਪਹਿਲਾਂ ਸਕਾਟਿਸ਼ ਲੇਬਰ ਦਾ ਕਾਰਜਭਾਰ ਸੰਭਾਲਿਆ ਸੀ। ਉਹਨਾਂ ਨੇ ਲੇਬਰ ਪਾਰਟੀ ਨੂੰ ਮੁੜ ਲੀਹ ਤੇ ਲਿਆਉਣ ਦੇ ਆਪਣੇ ਇਰਾਦੇ ਵਜੋਂ ਆਪਣੇ ਹੀ ਹਲਕੇ ਵਿੱਚ ਨਿਕੋਲਾ ਸਟਰਜਨ ਨੂੰ ਚੁਣੌਤੀ ਦਿੱਤੀ ਸੀ, ਪਰ ਸਰਵਰ ਵੱਲੋਂ ਬੇਹੱਦ ਉਤਸ਼ਾਹਪੂਰਵਕ ਮੁਹਿੰਮ ਦੀ ਅਗਵਾਈ ਕਰਨ ਦੇ ਬਾਵਜੂਦ ਸਟਰਜਨ ਨੇ ਇਸ ਹਲਕੇ ਤੇ ਆਪਣਾ ਕਬਜ਼ਾ ਕੀਤਾ। ਸਟਰਜਨ ਨੇ ਆਖਿਆ ਕਿ ਲੇਬਰ ਪਾਰਟੀ ਮੁੜ ਲੀਹ ਉੱਤੇ ਆ ਗਈ ਹੈ, ਜਿਸ ਵਿੱਚ ਵੋਟ ਦੇ ਹਿੱਸੇ ਵਿੱਚ ਤਕਰੀਬਨ 9% ਦਾ ਵਾਧਾ ਹੋਇਆ। Thanks above all else to the voters of Glasgow South Side. It is the privilege of my life to represent the most multicultural, diverse constituency in the whole of Scotland. And yesterday, not for the first time, the constituency was targeted by far-right thugs. The far-right thug who led that confrontation got 46 votes, and I am proud that once again Glasgow South Side has shown the racists and the fascists that they are not welcome in Glasgow South Side, they are not welcome in Glasgow, and they are not welcome anywhere in Scotland, and let that be a note of unity. But to my constituents, you do me a great honour in re-electing me to represent you, and I give the commitment today that I have given on each occasion that I have been privileged to be elected to represent the constituency. Whether you voted for me or whether you voted for one of my opponents, I will do everything to represent you to the best of my ability.